गुड मॉर्निंग स्टूडेंट्स। मेरा नाम स्टेफी मास है। मैं अक्तोवाल हुशियारपुर विखे पढ़ा रही हाँ। मेरा आज का टॉपिक है क्लास 12th का यूनिट 1 का सैशन 1, जिस विच असी पढ़ांगे फंडामेंटल्स ऑफ ERP बारे। ERP stands for Enterprise Resource Planning. Enterprise resource planning is the planning of how business resources ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ ਮਟੀਰੀਅਲ, ਇੰਪਲੋਇਜ਼ ਤੇ ਕਸਟਮਰ। ਜੋ ਵੀ ਇਹਨਾਂ ਦੀਆਂ ਨੀਡਸ ਨੇ ਅੱਜ ਦੇ ਟਾਈਮ ਦੇ ਵਿੱਚ ਪ੍ਰੋਡਕਟ ਦੀਆਂ ਨੀਡ ਸਾਨੂੰ ਬਹੁਤ ਜ਼ਿਆਦਾ ਨੇ। ਹਰ ਇੱਕ ਚੀਜ਼ ਜੋ ਵੀ ਸਾਡੇ ਕੋਲੋਂ ਆਉਂਦੀ ਹੈ ਇੰਟਰਪ੍ਰਾਈਜ਼ਸ ਦੇ ਅੰਦਰ ਆਰਗੇਨਾਈਜੇਸ਼ਨਸ ਆਉਂਦੇ ਹੈ। ਠੀਕ ਹੈ, ਆਰਗੇਨਾਈਜੇਸ਼ਨ ਦੇ ਅੰਦਰ ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਆ। ਠੀਕ ਹੈ, ਹੁਣ ਜਿੱਦਾਂ ਅਸੀਂ ਇੱਥੇ ਇੱਕ ਐਗਜ਼ਾਮਪਲ ਲੈ ਰਹੇ ਹੈਗੇ ਹਾਂ, ਜਿਹਦੇ ਵਿੱਚ ਮੈਂ ਤੁਹਾਨੂੰ ERP ਬਾਰੇ ਪ੍ਰੋਪਰ ਦੱਸਾਂਗੀ। ਐਂਟਰਪ੍ਰਾਈਜ਼ਸ ਰਿਸੋਰਸ ਪਲੈਨਿੰਗ ਦੇ ਵਿੱਚ ਸਾਡੇ ਕੋਲੋਂ ਐਂਟਰਪ੍ਰਾਈਜ਼ਸ ਦੇ ਅੰਦਰ ਬਹੁਤ ਸਾਰੇ ਆਰਗੇਨਾਈਜੇਸ਼ਨਸ ਹੁੰਦੇ ਹਨ। ਠੀਕ ਹੈ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਦੇ ਅੰਦਰ ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਹਨ। ਜਿੱਦਾਂ ਕਿ ਡਿਪਾਰਟਮੈਂਟਸ ਦੇ ਵਿੱਚ ਸਾਡੇ ਕੋਲੋਂ ਸੇਲਸ ਦਾ ਡਿਪਾਰਟਮੈਂਟ ਹੁੰਦਾ ਹੈ, ਜਿੱਥੇ ਅਸੀਂ ਸੇਲ ਕਰੀਦੀ ਹੈ। ਪ੍ਰੋਡਕਸ਼ਨ ਦਾ ਡਿਪਾਰਟਮੈਂਟ ਹੁੰਦਾ ਹੈ, ਮਾਰਕੀਟਿੰਗ ਦਾ ਡਿਪਾਰਟਮੈਂਟ ਹੁੰਦਾ ਹੈ, ਇਨਵੈਂਟਰੀ ਦਾ ਡਿਪਾਰਟਮੈਂਟ ਹੁੰਦਾ ਹੈ। ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਹਨ। ਇਹ ਸਾਰੇ ਡਿਪਾਰਟਮੈਂਟਸ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਅਸੀਂ ਇੱਕ ਜਗ੍ਹਾ 'ਤੇ ਸਟੋਰ ਕਰਦੇ ਹਾਂ। ਇਹਨਾਂ ਸਾਰੇ ਡਿਪਾਰਟਮੈਂਟਸ ਦਾ ਡਾਟਾ ਅਸੀਂ ਇੱਕ ਜਗ੍ਹਾ 'ਤੇ ਸ਼ੇਅਰ ਕਰਦੇ ਹਾਂ। ਠੀਕ ਹੈ, ਇਹ ਜਿਹੜਾ ਸ਼ੇਅਰ ਕਰਦੇ ਹਾਂ ਡਾਟਾ, ਜਿਸ ਨੂੰ ਅਸੀਂ ਡਾਟਾ ਸ਼ੇਅਰਿੰਗ ਬੋਲ ਦਿੰਦੇ ਹਾਂ, ਉਹਨੂੰ ਸਿੰਪਲੀਫਾਈ ਕਰਨ ਦੇ ਲਈ ਅਸੀਂ ਇੱਕ ਨਵਾਂ ਸੌਫਟਵੇਅਰ ਬਣਾਇਆ ਹੈ। ਉਸ ਸੌਫਟਵੇਅਰ ਨੂੰ ਅਸੀਂ ERP ਕਹਿੰਦੇ ਹਾਂ, ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ। ਕਲੀਅਰ? An enterprise system, ERP system, is based on a common database. ठीक है, एक common database ਹੁੰਦਾ ਹੈ ਜਿਹੜਾ ਕਿ ਬਹੁਤ ਸਾਰੇ ਡਿਪਾਰਟਮੈਂਟਸ ਤੋਂ ਇਨਫੋਰਮੇਸ਼ਨ ਕਲੈਕਟ ਕਰਕੇ ਆਪਣੇ ਕੋਲ ਰੱਖਦਾ ਹੈ। ਠੀਕ ਹੈ, the common database can allow every department of a business to store and retrieve information in real time. The information should be reliable, accessible and easily shared. ठीक है, मतलब कि साड़ी जड़ी इन्फॉर्मेशन है वो असी ईजीली अगे शेयर कर सकते हाँ। ठीक है, उन्होंने अगे असेस कर सकते हैं। The modular software design should mean a business can select the modules they need, mix and match modules from different vendors. ठीक है, ਵੈਂਡਰਸ ਕਿਹੜੇ ਹੁੰਦੇ ਆ? ਵੈਂਡਰਸ ਕੀ ਹੁੰਦਾ ਹੈਗਾ ਹੈ, ਜਿੱਦਾਂ ਫੋਰ ਐਗਜ਼ਾਮਪਲ ਸਾਡੇ ਕੋਲੋਂ ਬਹੁਤ ਸਾਰੇ, ਅਸੀਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਠੀਕ ਹੈ, ਮੰਨ ਲਓ ਕਿ ਅਸੀਂ ਕੰਪਿਊਟਰ ਖਰੀਦਣਾ ਹੈ। ਠੀਕ ਹੈ, ਹੁਣ ERP ਤੋਂ ਪਹਿਲਾਂ ਮਤਲਬ ਜਿਹੜੀ ਪ੍ਰੋਬਲਮ ਆ ਰਹੀ ਸੀ ਕਿ ERP ਅਸੀਂ ਕਿਉਂ ਯੂਜ਼ ਕਰ ਰਹੇ ਹਾਂ। ERP ਤੋਂ ਪਹਿਲਾਂ ਜਿਹੜਾ ਟਿਪੀਕਲੀ ਸਾਡੇ ਕੋਲੋਂ ਇੱਕ ਬਿਜ਼ਨਸ ਪ੍ਰੋਸੈਸ ਸੀ, ਜਿਹਦੇ ਵਿੱਚ ਸਾਡੇ ਕੋਲ ਇੱਕ ਕਸਟਮਰ ਹੁੰਦਾ ਹੈ। ਠੀਕ ਹੈ, ਕਸਟਮਰ ਇੱਕ ਕੰਪਨੀ ਦੇ ਕੋਲ ਜਾਂਦਾ ਹੈ, ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ। ਹੁਣ ਅਸੀਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਲੈਂਦੇ ਹਾਂ, ਜਿਵੇਂ ਕਿ ਅਸੀਂ ਕੋਈ ਲੈਪਟਾਪ ਖਰੀਦ ਰਹੇ ਮੰਨ ਲਓ। ਠੀਕ ਹੈ, ਹੁਣ ਲੈਪਟਾਪ ਅਸੀਂ ਕਿੱਥੋਂ ਖਰੀਦਾਂਗੇ? ਅਸੀਂ ਲੈਪਟਾਪ ਮੰਨ ਲਓ ਅਸੀਂ ਕੰਪਨੀਜ਼ ਦਾ ਖਰੀਦਣਾ ਹੈ। ਬਹੁਤ ਸਾਰੀਆਂ ਸੇਲਸ, ਹਰ ਇੱਕ ਜਗ੍ਹਾ 'ਤੇ ਸੇਲਸ ਪਰਚੇਸ ਹੋ ਰਹੀ ਹੈ। ਠੀਕ ਹੈ, ਤੁਸੀਂ ਔਨਲਾਈਨ ਵੀ ਖਰੀਦ ਸਕਦੇ ਹੋ, ਤੁਸੀਂ ਡਾਇਰੈਕਟ ਜਿਹੜੀ ਕੰਪਨੀ ਨੇ ਇਸ ਨੂੰ ਇਨਵੈਂਟ ਕੀਤਾ ਹੈ, ਬਣਾਇਆ ਹੈ। ਠੀਕ ਹੈ, ਤੁਸੀਂ ਉਹਨਾਂ ਦੇ ਥਰੂ ਵੀ ਖਰੀਦ ਸਕਦੇ ਹੋ। ਠੀਕ ਹੈ, ਜਾਂ ਤੁਸੀਂ ਇਹਨਾਂ ਨੇ ਅੱਗੇ ਆਪਣੇ ਵੈਂਡਰਸ ਰੱਖੇ ਹੁੰਦੇ ਹਨ, ਮਤਲਬ ਇਹਨਾਂ ਨੇ ਅੱਗੇ ਆਪਣੀਆਂ ਬ੍ਰਾਂਚਿਸ ਬਣਾਈਆਂ ਹੁੰਦੀਆਂ ਹਨ। ਕਿ ਫੋਰ ਐਗਜ਼ਾਮਪਲ ਕਿ ਮੈਂ ਡੈਲ ਦਾ ਇੱਥੇ ਸ਼ੋਰੂਮ, ਹੁਣ ਅਸੀਂ ਐਗਜ਼ਾਮਪਲ ਲੈਂਦੇ ਹਾਂ ਕਿ ਡੈਲ ਹੋ ਗਿਆ ਜਾਂ HP ਹੋ ਗਿਆ, ਇਹਨਾਂ ਦੇ ਹਰ ਇੱਕ ਜਗ੍ਹਾ 'ਤੇ ਏਰੀਆ ਦੇ ਵਿੱਚ ਸਾਡੇ ਕੋਲੋਂ ਸ਼ਾਪਸ ਹੁੰਦੀਆਂ ਹਨ। ਠੀਕ ਹੈ,
ਹੁਣ ਅੱਜ ਕੱਲ੍ਹ IFB ਆ ਗਿਆ ਹੈ, ਜਾਂ IFB ਦੀ ਵਾਸ਼ਿੰਗ ਮਸ਼ੀਨ ਹੈ, ਜਾਂ ਕੁਛ ਵੀ ਹੈ, ਅਸੀਂ ਕੋਈ ਵੀ ਪ੍ਰੋਡਕਟ ਅਸੀਂ ਖਰੀਦਦੇ ਹਾਂ, ਠੀਕ ਹੈ, ਤਾਂ ਕਸਟਮਰ ਦੀ ਸਭ ਤੋਂ ਪਹਿਲਾਂ ਕਸਟਮਰ ਆਉਂਦਾ ਹੈ ਕਿ ਕਸਟਮਰ ਦੀ ਨੀਡ ਕੀ ਹੈ, ਉਹਨੇ ਕਿਹੜਾ ਪ੍ਰੋਡਕਟ ਖਰੀਦਣਾ ਹੈ, ਠੀਕ ਹੈ। ਜਦੋਂ ਉਹਨੇ ਪ੍ਰੋਡਕਟ ਖਰੀਦਣਾ ਹੈ, ਸਭ ਤੋਂ ਪਹਿਲਾਂ ਕਸਟਮਰ ਜਿਹੜਾ ਮੇਨ ਚੀਜ਼ ਹੈ ਸਾਡੇ ਕੋਲ, ਕਸਟਮਰ ਨੇ ਜਿਹੜਾ ਪ੍ਰੋਡਕਟ ਖਰੀਦਣਾ ਹੈ ਉਹ ਜਾਵੇਗਾ ਸੇਲਸ ਵਾਲੇ ਕੋਲ, ਸੇਲਸ ਕੋਟੇਸ਼ਨ ਵਾਲੇ ਕੋਲ, ਠੀਕ ਹੈ, ਸੇਲਸ ਡਿਪਾਰਟਮੈਂਟ ਦੇ ਕੋਲ। ਜਦੋਂ ਉਹ ਸੇਲਸ ਡਿਪਾਰਟਮੈਂਟ ਦੇ ਕੋਲ ਜਾਵੇਗਾ, ਉੱਥੇ ਜਾ ਕੇ ਉਹ ਆਪਣਾ ਪ੍ਰੋਡਕਟ ਦੱਸੇਗਾ। ਜੇ ਉੱਥੇ ਪ੍ਰੋਡਕਟ ਉਹਨੂੰ ਮਿਲ ਗਿਆ ਤਾਂ ਉਹ ਉੱਥੋਂ ਹੀ ਪਰਚੇਸ ਕਰ ਲੇਗਾ। ਹੁਣ ਮੰਨ ਲਓ ਸੇਲਸ ਡਿਪਾਰਟਮੈਂਟ ਦੇ ਕੋਲ ਹੀ ਪ੍ਰੋਡਕਟ ਨਹੀਂ ਹੈ, ਠੀਕ ਹੈ, ਤਾਂ ਸੇਲਸ ਡਿਪਾਰਟਮੈਂਟ ਫਰਦਰ ਅੱਗੇ ਕੰਪਨੀ ਵਾਲਿਆਂ ਨਾਲ ਗੱਲ ਕਰੇਗਾ, ਜਾਂ ਉਹ ਇਨਵੈਂਟਰੀ ਜਿੱਥੇ ਇਨਵੈਂਟ ਹੁੰਦਾ ਹੈ ਉਸ ਡਿਪਾਰਟਮੈਂਟ ਨਾਲ ਗੱਲ ਕਰੇਗਾ, ਜਾਂ ਜਿੱਥੇ ਪ੍ਰੋਡਿਊਸ ਹੋ ਰਹੀਆਂ ਨੇ ਇਹ ਚੀਜ਼ਾਂ ਉੱਥੇ ਗੱਲ ਕਰੇਗਾ, ਠੀਕ ਹੈ। ਇਨਵੈਂਟਰੀ ਮਤਲਬ ਜਿੱਥੇ ਇਨਵੈਂਟ ਕਰਦੇ ਹਾਂ, ਕਲੀਅਰ। ਹੁਣ ਸਾਡੇ ਕੋਲ ਕੀ ਹੈ ਕਿ ਅਸੀਂ ਇਸ ਡਾਇਗਰਾਮ ਨੂੰ ਦੇਖਦੇ ਹਾਂ, ਜਿਹਦੇ ਵਿੱਚ ਲਿਖਿਆ ਹੈ ਸੇਲਸ ਕੋਟੇਸ਼ਨ। ਸੇਲਸ ਕੋਟੇਸ਼ਨ ਅੱਗੇ ਜਾਏਗਾ, ਕਿੱਥੇ ਜਾਏਗਾ, ਇਹ ਇੱਕ ਕੰਪਨੀ ਦੇ ਕੋਲ ਜਾਏਗਾ ਜਿੱਥੇ ਉਹਨੇ ਸੇਲਸ ਆਰਡਰ ਪਾਇਆ ਹੋਏਗਾ, ਠੀਕ ਹੈ। ਸੇਲਸ ਆਰਡਰ ਪਾਇਆ ਹੋਏਗਾ, ਉਹ ਉੱਥੇ ਪਰਚੇਸ ਕਰੇਗਾ, ਪਰਚੇਸ ਆਰਡਰ ਅੱਗੇ ਫਿਰ ਵੈਂਡਰ ਕੋਲ ਜਾਏਗਾ, ਵੈਂਡਰ ਅੱਗੇ ਸੇਲਸ ਆਰਡਰ ਕੋਲ ਜਾਏਗਾ, ਫਿਰ ਸੇਲਸ ਆਰਡਰ ਅੱਗੇ ਰਿਸੀਵ ਕਰੇਗਾ, ਉਸਨੂੰ ਗੁੱਡ ਰਿਸੀਵ ਕਰੇਗਾ ਅਤੇ ਫਿਰ ਉਹਦੀ ਸ਼ਿਪਮੈਂਟ ਕਰੇਗਾ। ਇਹ ਉਹ ਹੈ ਜਿਸ ਟਾਈਮ 'ਤੇ ਸਾਡੇ ਕੋਲੋਂ ਪ੍ਰੋਡਕਟ ਅਵੇਲੇਬਲ ਨਹੀਂ ਹੈ, ਠੀਕ ਹੈ। ਜੇ ਪ੍ਰੋਡਕਟ ਉਹਨਾਂ ਕੋਲ ਅਵੇਲੇਬਲ ਹੋਵੇ ਫਿਰ ਤਾਂ ਉਹਨਾਂ ਨੇ ਈਜ਼ੀਲੀ ਲੈ ਜਾਣਾ ਹੈਗਾ, ਠੀਕ ਹੈ। ਹੁਣ ਸਾਨੂੰ ਮੇਨ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਕਈ ਜਗ੍ਹਾ ਘੁੰਮਣਾ ਪੈਂਦਾ ਹੈ, ਠੀਕ ਹੈ। ਬਿਜ਼ਨਸ ਜਦੋਂ ਅਸੀਂ ਕੋਈ ਵੀ ਕਸਟਮਰ ਹੈ, ਕੋਈ ਪ੍ਰੋਡਕਟ ਖਰੀਦਦਾ ਹੈ ਤਾਂ ਉਹ ਪਹਿਲਾਂ ਸੇਲਸ ਡਿਪਾਰਟਮੈਂਟ ਕੋਲ ਜਾਂਦਾ ਹੈ, ਠੀਕ ਹੈ। ਫਿਰ ਉਹ ਜੇ ਸੇਲਸ ਡਿਪਾਰਟਮੈਂਟ ਕੋਲ ਨਹੀਂ ਹੈਗਾ, ਉਹ ਫਿਰ ਅੱਗੇ ਇਨਵੈਂਟਰੀ ਡਿਪਾਰਟਮੈਂਟ ਕੋਲ ਪੁੱਛੇਗਾ। ਹੁਣ ਇਨਵੈਂਟਰੀ ਡਿਪਾਰਟਮੈਂਟ ਕੋਲ ਵੀ ਨਹੀਂ ਹੈਗਾ ਤਾਂ ਉਹ ਅੱਗੇ ਪ੍ਰੋਡਕਸ਼ਨ ਵਾਲੇ ਕੋਲ ਪੁੱਛੇਗਾ। ਜੇ ਪ੍ਰੋਡਕਸ਼ਨ ਵਾਲੇ ਕੋਲ ਵੀ ਨਹੀਂ ਹੈ ਤਾਂ ਫਿਰ ਉਹ ਫਾਈਨਾਂਸ ਵਾਲੇ ਕੋਲ ਪੁੱਛੇਗਾ। ਫਾਈਨਾਂਸ ਵਾਲਿਆਂ ਨੂੰ ਉਹ ਦੱਸੇਗਾ ਕਿ ਵੀ ਸਾਡੇ ਕੋਲ ਇਸ ਪ੍ਰੋਡਕਟ ਦੀ ਸ਼ਾਰਟੇਜ ਹੈ, ਠੀਕ ਹੈ। ਫਿਰ ਅਸੀਂ ਮਨੀ ਟੂ ਬਾਏ ਕਰਾਂਗੇ। ਅਸੀਂ ਕੀ ਕਰਾਂਗੇ, ਫਾਈਨਾਂਸ ਵਾਲੇ ਕੀ ਕਰਨਗੇ, ਉਹ ਪੈਸੇ ਲਗਾਉਣਗੇ, ਪ੍ਰੋਡਕਟ ਬਣਾਉਣਗੇ, ਪ੍ਰੋਡਕਟ ਬਣਾ ਕੇ ਦੁਬਾਰਾ ਤੋਂ ਉਹ ਫਿਰ ਪ੍ਰੋਡਕਸ਼ਨ ਵਾਲਿਆਂ ਨੂੰ ਦੇਣਗੇ। ਇਨਵੈਂਟਰੀ ਸਿਸਟਮ ਕੋਲ ਜਾਏਗਾ, ਠੀਕ ਹੈ, ਸੇਲਸ ਵਾਲੇ ਕੋਲ ਜਾਏਗਾ। ਇਹ ਸਾਰੇ ਆਪਸ ਦੇ ਵਿੱਚ ਲਿੰਕ ਜੁੜੇ ਹੋਏ ਹੁੰਦੇ ਹਨ। ਇਹ ਬਹੁਤ ਵੱਡੀ ਪ੍ਰੋਬਲਮ ਆਉਂਦੀ ਹੈ, ਠੀਕ ਹੈ। ਹੁਣ ਜੇ ਇਹ ਪ੍ਰੋਬਲਮ ਇਹਦੇ ਵਿੱਚ ਸਾਡੇ ਕੋਲ ਕੀ ਪ੍ਰੋਬਲਮਸ ਕੀ ਆਉਂਦੀਆਂ ਨੇ, ਕਿ ਸਭ ਤੋਂ ਪਹਿਲਾਂ ਤਾਂ ਡੁਪਲੀਕੇਟ ਰਿਸਕ ਆਫ ਡੁਪਲੀਕੇਸ਼ਨਸ ਆਉਂਦਾ ਹੈ, ਠੀਕ ਹੈ। ਮਨੀ ਟਾਈਮ ਐਂਡ ਮਨੀ ਕੰਜ਼ਿਊਮਿੰਗ ਪ੍ਰੋਸੈਸ ਹੈ, ਠੀਕ ਹੈ। ਸਾਡੇ ਕੋਲੋਂ ਟਾਈਮਲੀ ਕੋਈ ਵੀ ਚੀਜ਼ ਹੋ ਨਹੀਂ ਰਹੀ ਹੈ, ਪ੍ਰੋਪਰ ਟਾਈਮ 'ਤੇ ਨਹੀਂ ਹਰ ਇੱਕ ਚੀਜ਼ ਆ ਰਹੀ ਹੈ, ਠੀਕ ਹੈ। ਹੁਣ ਇਹ ਪ੍ਰੋਬਲਮਸ ਜਿਹੜੀਆਂ ਆ ਰਹੀਆਂ ਨੇ ਇਹਨਾਂ ਨੂੰ ਸੋਲਵ ਕਰਨ ਦੇ ਲਈ ਅਸੀਂ ERP ਇੰਟਰਪਰਾਈਜ਼ ਰਿਸੋਰਸ ਪਲੈਨਿੰਗ ਅਸੀਂ ਇੱਕ ਸੋਫਟਵੇਅਰ ਬਣਾਇਆ ਹੈ, ਜਿਸ ਦੇ ਵਿੱਚ ਕੀ ਹੈ ਹਰ ਇੱਕ ਡਾਟਾ ਮੌਜੂਦ ਹੋਏਗਾ। ਉਸ ਦੇ ਕੋਲ ERP ਦੇ ਅੰਦਰ ਸੇਲਸ ਦਾ ਵੀ ਸਾਰਾ ਡਾਟਾ ਪਿਆ ਹੋਏਗਾ, ਇਨਵੈਂਟਰੀ ਦਾ ਵੀ ਸਾਰਾ ਡਾਟਾ ਪਿਆ ਹੋਏਗਾ, ਪ੍ਰੋਡਕਸ਼ਨ ਦਾ ਵੀ ਸਾਰਾ ਡਾਟਾ ਪਿਆ ਹੋਏਗਾ, ਫਾਈਨਾਂਸ ਦਾ ਵੀ ਸਾਰਾ ਡਾਟਾ ਪਿਆ ਹੋਏਗਾ, ਠੀਕ ਹੈ। ਸਾਨੂੰ ਸਿਰਫ ਇਹਦੇ ਵਿੱਚ ਜੋ ਵੀ ਹੈ ਹਰ ਇੱਕ ਚੀਜ਼ ERP ਦੇ ਅੰਦਰ ਪਈ ਹੋਏਗੀ, ਠੀਕ ਹੈ। ਫਾਈਨੈਂਸ਼ਲੀ ਹੋ ਗਿਆ, ਇਨਵੈਂਟਰੀ ਹੋ ਗਿਆ, ਸੇਲਸ ਹੋ ਗਿਆ, ਹਿਊਮਨ ਰਿਸੋਰਸਿਸ HR ਹੋ ਗਿਆ, ਠੀਕ ਹੈ, CRM ਹੋ ਗਿਆ, ਪਰਚੇਜ਼ਿੰਗ ਹੋ ਗਿਆ। ਹਰ ਇੱਕ ਡਾਟਾ ਜੋ ਹੈ ਸਾਡੇ ਕੋਲ ਉਹ ਸਾਰਾ ਦਾ ਸਾਰਾ ਸਾਡੇ ਕੋਲ ਇਹਦੇ ਵਿੱਚ ਪਿਆ ਹੋਵੇਗਾ ERP ਸਿਸਟਮ ਦੇ ਵਿੱਚ, ਠੀਕ ਹੈ। ਹੁਣ ਅਸੀਂ ਅੱਗੇ ਪੜ੍ਹਾਂਗੇ ਕੰਪੋਨੈਂਟਸ ਆਫ ERP, ਜੋ ਸਾਡਾ 12th ਕਲਾਸ ਦੇ ਯੂਨਿਟ 1 ਦਾ ਸੈਸ਼ਨ 1 ਦਾ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ, ਜੋ ਸਾਡਾ ਮੇਨ ਕੰਸੈਪਟ ਹੈ ਕੰਪੋਨੈਂਟਸ ਆਫ ERP। ਕੰਪੋਨੈਂਟਸ ਆਫ ERP ਦੇ ਵਿੱਚ ਸਾਡੇ ਕੋਲ ਫਾਈਨਾਂਸ ਐਂਡ ਅਕਾਊਂਟਿੰਗ ਆਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਸਾਡੇ ਕੋਲ HR ਦਾ ਮਤਲਬ ਹੁੰਦਾ ਹੈ ਹਿਊਮਨ ਰਿਸੋਰਸਿਸ। ਫਿਰ ਮੈਨੂਫੈਕਚਰਿੰਗ ਆਉਂਦਾ ਹੈ, ਫਿਰ ਸਪਲਾਈ ਚੇਨ ਮੈਨੇਜਮੈਂਟ ਆਉਂਦਾ ਹੈ, ਠੀਕ ਹੈ। ਫਿਰ ਪ੍ਰੋਜੈਕਟ ਮੈਨੇਜਮੈਂਟ ਆਉਂਦਾ ਹੈ, ਅਤੇ ਫਿਰ ਸਾਡੇ ਕੋਲ
ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਆਉਂਦਾ ਹੈ, ਜਿਸ ਨੂੰ ਅਸੀਂ CRM ਕਹਿੰਦੇ ਹਾਂ। ਹੁਣ ਇਹ ਸਾਰਾ ਦਾ ਸਾਰਾ ਡਾਟਾ ਜੋ ਹੈ ਉਹ ਅਸੀਂ ਸੈਂਟਰਲਾਈਜ਼ ਇੱਕੋ ਜਗ੍ਹਾ 'ਤੇ ਕਰਦੇ ਹਾਂ। ਅਕਾਊਂਟਿੰਗ ਐਂਡ ਫਾਈਨਾਂਸ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਕੋਲ ਫਾਈਨਾਂਸ ਦਾ ਮਤਲਬ ਤਾਂ ਪਤਾ ਹੀ ਹੋਵੇਗਾ ਤੁਹਾਨੂੰ, ਠੀਕ ਹੈ, ਮਤਲਬ ਮਨੀ ਦੇ ਰਿਗਾਰਡਿੰਗ, ਕਿ ਸਾਡੇ ਕੋਲ ਮਨੀ ਦੇ ਰਿਗਾਰਡਿੰਗ ਕੀ ਅਸੀਂ ਆਪਣੇ, ਜੇ ਸਾਡੇ ਕੋਲ ਕੋਈ ਪ੍ਰੋਡਕਟ ਨਹੀਂ ਹੈ, ਹੁਣ ਸਾਨੂੰ ਮਾਰਕੀਟ ਦੇ ਵਿੱਚੋਂ ਚਾਹੀਦਾ ਤੇ ਹੈ, ਹੁਣ ਉਹ ਮਾਰਕੀਟ ਦੇ ਵਿੱਚ ਕਿੱਦਾਂ ਆਵੇਗਾ, ਪਹਿਲਾਂ ਅਸੀਂ ਫਾਈਨਾਂਸ ਡਿਪਾਰਟਮੈਂਟ ਨਾਲ ਗੱਲ ਕਰਾਂਗੇ, ਠੀਕ ਹੈ, ਵੀ ਸਾਡਾ ਬਜਟ ਇੰਨਾ ਹੈ, ਸਾਨੂੰ ਆਹ ਚੀਜ਼ ਚਾਹੀਦੀ ਹੈ, ਇਸ ਦੀ ਮਾਰਕੀਟ ਦੇ ਵਿੱਚ ਬਹੁਤ ਡਿਮਾਂਡ ਹੈ, ਤੁਸੀਂ ਇਸ ਚੀਜ਼ ਨੂੰ ਬਣਾਓ। ਜਦੋਂ ਅਸੀਂ ਇਸ ਚੀਜ਼ ਨੂੰ ਬਣਾ ਕੇ ਅੱਗੇ ਫਰਦਰ ਭੇਜਾਂਗੇ, ਠੀਕ ਹੈ, ਹੁਣ ਉਹ ਸਾਰਾ ਦਾ ਸਾਰਾ ਕੰਮ ਜਿਹੜਾ ਹੈ ਉਹ ਅਕਾਊਂਟਿੰਗ ਐਂਡ ਫਾਈਨਾਂਸ ਡਿਪਾਰਟਮੈਂਟ ਦੇ ਵਿੱਚ ਆ ਜਾਂਦਾ ਹੈ, ਠੀਕ ਹੈ, ਜਿਹਦੇ ਵਿੱਚ ਸਾਡੇ ਕੋਲੋਂ ਲੇਜ਼ਰ ਬਣਦੇ ਆ, ਜਨਰਲ ਲੇਜ਼ਰ ਬਣਦੇ ਆ, ਟਰਾਇਲ ਬੈਲੈਂਸ ਬਣਦੇ ਆ, ਠੀਕ ਹੈ। ਤੁਸੀਂ ਟੈਲੀ ਵਰਡ ਤਾਂ ਸੁਣਿਆ ਹੀ ਹੋਏਗਾ। ਟੈਲੀ ਦੇ ਵਿੱਚ ਕੀ ਕਰਦੇ ਆ, ਅਸੀਂ ਅਕਾਊਂਟਿੰਗ ਦਾ ਕੰਮ ਕਰਦੇ ਹਾਂ, ਅਕਾਊਂਟੈਂਸੀ ਦਾ ਕੰਮ ਕਰਦੇ ਹਾਂ, ਕਿੰਨੀ ਚੀਜ਼ ਕ੍ਰੈਡਿਟ ਹੋ ਗਈ, ਕਿੰਨੀ ਚੀਜ਼ ਡੈਬਿਟ ਹੋ ਗਈ, ਠੀਕ ਹੈ, ਕੀ ਉਹਦਾ ਕੰਸੈਪਟ, ਲੈਜ਼ਰ ਬੁੱਕ ਬਣਦੀਆਂ ਆ, ਠੀਕ ਹੈ, ਉਹ ਸਾਰਾ ਕੁਝ ਕੀ ਹੈ, ਉਹ ਟੈਲੀ ਦਾ ਕੰਸੈਪਟ ਕੀ ਹੈ, ਉਹ ਇੱਕ ERP ਹੈ, ਠੀਕ ਹੈ। ERP ਸਾਡੇ ਕੋਲ ਇੱਕ ਸੋਫਟਵੇਅਰ ਹੈ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆ, ਠੀਕ ਹੈ, ਪੂਰਾ ਦਾ ਪੂਰਾ ਡਾਟਾ ਇਕੱਠਾ ਕਰਕੇ ਰੱਖਦਾ ਆ। ਸਭ ਤੋਂ ਇੰਪੋਰਟੈਂਟ ERP ਦੇ ਵਿੱਚ ਸਾਡੇ ਕੋਲੋਂ ਕਿਹੜੇ ਸੌਫਟਵੇਅਰਸ ਆਉਂਦੇ ਆ, ਫੋਰ ਐਗਜ਼ਾਮਪਲ ਸਾਡੇ ਕੋਲੋਂ SAP ਹੈ, ਠੀਕ ਹੈ, ਔਰੈਕਲ ਹੈ, ਟੈਲੀ ਹੈ, ਇਹ ਸਾਰੀਆਂ ERP ਦੀਆਂ ਐਗਜ਼ਾਮਪਲਸ ਆ। ਹੁਣ ਸਾਡੇ ਕੋਲੋਂ ਸੈਕਿੰਡ ਕੰਪੋਨੈਂਟ ਕੀ ਹੈ, ਹਿਊਮਨ ਰਿਸੋਰਸਿਸ, HR। This component maintains the employee database containing information and employees contact information। Means HR ਦੇ ਵਿੱਚ ਕੀ ਹੈ, ਸਾਡੇ ਕੋਲੋਂ ਸਾਰਾ ਡਾਟਾ, ਇੰਪਲੋਇਜ਼ ਦਾ ਸਾਰਾ ਡਾਟਾ, ਉਹਦੀ ਹਰ ਇੱਕ ਇਨਫੋਰਮੇਸ਼ਨ, ਉਹ ਕਿੰਨੀ ਸੈਲਰੀ ਲੈਂਦਾ ਹੈ, ਉਹਦੀ ਅਟੈਂਡੈਂਸ ਕੀ ਹੈ, ਉਹਦੀ ਪਰਫੋਰਮੈਂਸ ਕਿੱਦਾਂ ਦੀ ਹੈ, ਕਿ ਉਹਦੀ ਪ੍ਰਮੋਸ਼ਨ ਕਿੰਨੀ ਹੋਈ ਹੈ, ਕਿੰਨੀ ਨਹੀਂ ਹੋਈ, ਇਹ ਹਰ ਇੱਕ ਚੀਜ਼ ਜਿਹੜੀ ਹੈ ਉਹ ਹਿਊਮਨ ਰਿਸੋਰਸਿਸ ਵਿੱਚ ਆ ਜਾਂਦੀ ਹੈ, ਠੀਕ ਹੈ, ਜੋ ਹਰ ਇੱਕ ਚੀਜ਼ ਦੇਖਦਾ ਹੈ, ਹਰ ਇੱਕ ਇੰਪਲੋਏ ਦਾ ਡਾਟਾ ਕੌਣ ਦੇਖਦਾ ਹੈ, ਹਿਊਮਨ ਰਿਸੋਰਸਿਸ, HR। ਅਸੀਂ ਕਿਤੇ ਵੀ ਜਾਂਦੇ ਹਾਂ, ਠੀਕ ਹੈ, ਮੰਨ ਲਓ ਮਾਰੂਤੀ ਸੁਜ਼ੂਕੀ ਵਾਲਾ ਦੀ ਐਗਜ਼ਾਮਪਲ ਲਾ ਲਓ, ਠੀਕ ਹੈ, ਤੁਸੀਂ ਕਾਰ ਖਰੀਦਣ ਜਾਂਦੇ ਆ, ਠੀਕ ਹੈ, ਉੱਥੇ ਉਹ ਕਾਰ, ਜੇ ਤਾਂ ਮੰਨ ਲਓ ਪ੍ਰੋਡਕਟ ਦੀ, ਉਹ ਕਾਰ ਵੀ ਇੱਕ ਪ੍ਰੋਡਕਟ ਹੈ, ਠੀਕ ਹੈ, ਤੁਸੀਂ ਕਿਹੜੀ ਖਰੀਦਣੀ ਹੈ, i20 ਖਰੀਦਣੀ ਹੈ, ਇਨੋਵਾ ਖਰੀਦਣੀ ਹੈ, ਜਾਂ ਤੁਸੀਂ ਜਿਹੜੀ ਵੀ ਖਰੀਦਣੀ ਹੈ, ਜਿਸ ਦੀ ਮਾਰਕੀਟ ਦੇ ਵਿੱਚ ਡਿਮਾਂਡ ਹੋਏਗੀ, ਕਸਟਮਰ ਦੀ ਜੋ ਨੀਡ ਹੋਏਗੀ, ਇਨੋਵਾ ਹੋ ਗਈ, ਠੀਕ ਹੈ, ਬਰੇਜ਼ਾ ਹੋ ਗਈ, ਤੁਸੀਂ ਜਿਹੜੀ ਵੀ ਗੱਡੀ ਖਰੀਦਣੀ ਹੈ ਤੁਸੀਂ ਉਸ ਵਾਲੀ ਸ਼ਾਪ 'ਤੇ ਜਾਓਗੇ, ਠੀਕ ਹੈ, ਜੋ ਇਸ ਚੀਜ਼ ਨੂੰ ਡੀਲ ਕਰਦੀ ਹੈ, ਏਜੰਸੀ ਜਿਹੜੀ ਡੀਲ ਕਰਦੀ ਹੈ, ਠੀਕ ਹੈ, ਉਹ ਕੀ ਵੈਂਡਰਸ ਨੇ। ਹੁਣ ਉੱਥੇ ਜਿਹੜੇ ਇੰਪਲੋਇਜ਼ ਕੰਮ ਕਰਦੇ ਨੇ ਉਹਨਾਂ ਦਾ ਸਾਰਾ ਡਾਟਾਬੇਸ, ਠੀਕ ਹੈ, ਉਹਨਾਂ ਦੀ ਸੈਲਰੀ, ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਅਟੈਂਡੈਂਸ, ਇਹ ਹਰ ਇੱਕ ਚੀਜ਼ ਹਿਊਮਨ ਰਿਸੋਰਸਿਸ ਦੇ ਵਿੱਚ ਆਉਂਦੀ ਹੈ। ਨੈਕਸਟ ਸਾਡੇ ਕੋਲ ਆਉਂਦਾ ਹੈ ਮੈਨੂਫੈਕਚਰਿੰਗ। ਹੁਣ ਮੈਨੂਫੈਕਚਰਿੰਗ ਦਾ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਮੈਨੂਫੈਕਚਰਿੰਗ ਦਾ ਮਤਲਬ ਕੀ ਹੈ। This component provides the information needed for the manufacturing process to take place. It contains number of manufacturing methods। ਅਸੀਂ ਕਿੱਥੇ ਮੈਨੂਫੈਕਚਰ ਕਰਦੇ ਹਾਂ, ਠੀਕ ਹੈ, ਕੀ ਮੈਨੂਫੈਕਚਰ ਕਰਦੇ ਅਸੀਂ, ਬਿਲਸ ਆਫ ਮਟੀਰੀਅਲ, ਸ਼ਡਿਊਲ ਕੀ ਹੈ ਉਹਦਾ, ਕਪੈਸਿਟੀ ਕਿੰਨੀ ਹੈ ਉਹਦੀ, ਜਿਹੜਾ ਵੀ ਪ੍ਰੋਡਕਟ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਉਸ ਚੀਜ਼ ਨੂੰ ਕੰਮ ਕਰਦੇ ਹਾਂ, ਉਹਦੀ ਕੋਸਟ, ਠੀਕ ਹੈ, ਕਸਟਮਰ ਕੀ ਚਾਹੁੰਦਾ ਹੈ, ਕਸਟਮਰ ਦਾ, ਚਾਹੇ ਅਸੀਂ ਆ ਚਾਹੇ ਤੁਸੀਂ ਕੋਈ ਵੀ ਹੈ, ਕਸਟਮਰ ਦੀ ਪਹਿਲੀ ਨੀਡ ਇਹ ਹੁੰਦੀ ਹੈ ਕਿ ਕੁਆਲਿਟੀ ਵਧੀਆ ਹੋਵੇ ਅਤੇ ਉਹਦਾ ਪ੍ਰਾਈਸ ਘੱਟ ਹੋਵੇ, ਠੀਕ ਹੈ, ਚਾਹੇ ਅਸੀਂ ਕੋਈ ਕੱਪੜਾ ਹੀ ਖਰੀਦਦੇ ਹਾਂ, ਉਹ ਵੀ ਇੱਕ ਤਰੀਕੇ ਨਾਲ ਮੈਨੂਫੈਕਚਰਿੰਗ ਉਹਦੀ ਵੀ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਵੀ ਅਸੀਂ ਇਹੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਜੇ ਕੱਪੜੇ ਦੀ ਕੁਆਲਿਟੀ ਵਧੀਆ ਹੋਵੇ ਪਰ ਰੇਟ ਉਹਦਾ ਘੱਟ ਹੋਵੇ, ਠੀਕ ਹੈ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਉਹ ਅਸੀਂ ਦੇਖਦੇ ਹਾਂ। ਹੁਣ ਉਹਦਾ ਪੂਰਾ ਦਾ ਪੂਰਾ ਡਾਟਾ ਕਿ ਉਹ ਸਾਡੇ ਕੋਲੋਂ ਅਵੇਲੇਬਲ ਹੈ ਨਹੀਂ ਹੈ, ਹਰ ਇੱਕ ਚੀਜ਼ ਅਸੀਂ ERP ਦੇ ਅੰਦਰ ਰੱਖਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ ਪ੍ਰੋਜੈਕਟ ਮੈਨੇਜਮੈਂਟ।
ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਅਸੀਂ ਕੀ ਕਰਦੇ ਹਾਂ, ਇੱਕ ਡਿਸਿਪਲਿਨ ਆਫ ਪਲਾਨ ਕਰਦੇ ਹਾਂ, ਆਰਗੇਨਾਈਜ਼ਿੰਗ, ਮੋਟੀਵੇਟਿੰਗ ਐਂਡ ਕੰਟਰੋਲਿੰਗ ਰਿਸੋਰਸਿਸ ਟੂ ਅਚੀਵ ਸਪੈਸੀਫਿਕ ਗੋਲ। ਕਿਸੇ ਵੀ ਗੋਲ ਨੂੰ ਅਚੀਵ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਪਲੈਨਿੰਗ ਕਰਨੀ ਪੈਂਦੀ ਹੈ। ਠੀਕ ਹੈ, ਅਸੀਂ ਕੋਈ ਵੀ ਹੁਣ ਮੰਨ ਲਓ ਕੋਈ ਵਿਆਹ ਹੀ ਹੈ, ਕੋਈ ਵਿਆਹ ਸ਼ਾਦੀ ਹੈ, ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ, ਅਸੀਂ ਪਲੈਨਿੰਗ ਕਰਾਂਗੇ। ਠੀਕ ਹੈ, ਕਿ ਵੀ ਅਸੀਂ ਆਹ ਡਰੈਸ ਪਾਉਣੀ ਹੈ ਜਾਂ ਅਸੀਂ ਆਹ ਚੀਜ਼ ਕਰਨੀ ਹੈ। ਠੀਕ ਹੈ, ਇੱਦਾਂ ਹੀ ਹੁਣ ਸਾਡੇ ਕੋਲੋਂ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਪਲੈਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਸ਼ਨ ਆਉਂਦਾ ਹੈ ਪਲੈਨਿੰਗ ਦਾ। ਠੀਕ ਹੈ, ਪਲੈਨਿੰਗ ਕਰਦੇ ਹਾਂ, ਪਲੈਨਿੰਗ ਕਰਕੇ ਅਸੀਂ ਉਸ ਚੀਜ਼ ਨੂੰ ਆਰਗੇਨਾਈਜ਼ ਕਰਾਂਗੇ, ਫਿਰ ਮੋਟੀਵੇਟ ਕਰਾਂਗੇ, ਦੈਨ ਉਸ ਨੂੰ ਕੰਟਰੋਲ ਕਰਾਂਗੇ, ਫਿਰ ਜਾ ਕੇ ਅਸੀਂ ਆਪਣੇ ਪਰਟੀਕੂਲਰ ਗੋਲ 'ਤੇ ਪਹੁੰਚਾਂਗੇ। ਠੀਕ ਹੈ, ਕਿ ਸਾਡਾ ਇਹ ਕੰਮ ਹੋ ਗਿਆ ਹੈ। ਫਿਰ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਕੋਸਟਿੰਗ ਦੇ ਵਿੱਚ ਬਿਲਿੰਗ, ਟਾਈਮ ਐਂਡ ਐਕਸਪੈਂਸ, ਐਕਟੀਵਿਟੀ ਮੈਨੇਜਮੈਂਟ। ਇਹ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਪ੍ਰੋਜੈਕਟ ਮੈਨੇਜਮੈਂਟ ਦੇ ਵਿੱਚ ਆਉਂਦੀਆਂ ਹਨ। ਠੀਕ ਹੈ, ਹੁਣ ਸਾਡੇ ਕੋਲੋਂ ਇੱਕ ਲਾਸਟ ਇਹਦੇ ਵਿੱਚ ਆਉਂਦਾ ਹੈ ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ। ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ ਜੋ ਹੈ ਸਾਡੇ ਕੋਲ, ਇਹਦੇ ਵਿੱਚ ਕੀ ਅਸੀਂ ਇਨਵੋਲਵ ਕਰਦੇ ਹਾਂ ਕਿ ਸਾਡੇ ਕੋਲੋਂ ਕਸਟਮਰ ਦੇ ਅਕੋਰਡਿੰਗਲੀ ਅਸੀਂ ਚੱਲਣਾ ਹੈ। ਸਾਡਾ ਕਸਟਮਰ ਨਾਲ ਰਿਲੇਸ਼ਨ ਕਿੱਦਾਂ ਦਾ ਹੈ। ਠੀਕ ਹੈ, ਇੱਕ ਕਿੱਦਾਂ ਦੀ ਉਹਦੀ ਲੋਇਲਟੀ ਹੈ। ਠੀਕ ਹੈ, ਕਿੱਦਾਂ ਦੀ ਉਹ ਪ੍ਰੋਫਿਟੇਬਿਲਿਟੀ, ਕਿੱਦਾਂ ਦਾ ਉਹਦਾ ਮਤਲਬ ਕਿੰਨੇ ਪੈਸੇ ਖਰਚ ਸਕਦਾ ਹੈ, ਅਸੀਂ ਉਸ ਪਰਸਨ ਨੂੰ ਦੇਖ ਕੇ ਹੀ ਜੱਜ ਕਰ ਸਕਦੇ ਹਾਂ। ਠੀਕ ਹੈ, ਕਸਟਮਰ ਦੇ ਨਾਲ ਸਾਡਾ ਰਿਲੇਸ਼ਨ ਕਿੱਦਾਂ ਦਾ ਹੈ। ਠੀਕ ਹੈ, ਸੇਲਸ ਐਂਡ ਮਾਰਕੀਟਿੰਗ ਦੇ ਵਿੱਚ ਸਾਡੇ ਕੋਲੋਂ ਕਸਟਮਰ ਕੰਟੈਕਟ ਅਸੀਂ ਕਾਲ ਸੈਂਟਰ ਸਪੋਰਟ ਦੇ ਥਰੂ ਕਰਦੇ ਹਾਂ। ਠੀਕ ਹੈ, ਹੁਣ ਮੰਨ ਲਓ ਅਸੀਂ ਸਕੂਟੀ ਖਰੀਦਣ ਜਾਂਦੇ ਹਾਂ, ਸਕੂਟੀ ਖਰੀਦਣ ਦੇ ਲਈ ਵੀ ਸਾਡੇ ਕੋਲ ਅੱਗੇ ਬਹੁਤ ਸਾਰੇ ਪਰਸਨਸ ਬੈਠੇ ਹੁੰਦੇ ਨੇ। ਠੀਕ ਹੈ, ਉਹ ਪਰਸਨ ਜਿਹੜੇ ਬੈਠੇ ਹੁੰਦੇ ਨੇ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਅਸੀਂ ਆਹ ਚੀਜ਼ ਖਰੀਦਣੀ ਹੈ, ਤਾਂ ਉਹ ਕਸਟਮਰ ਨੂੰ ਇੰਨੇ ਪਿਆਰ ਨਾਲ ਡੀਲ ਕਰਦੇ ਆ ਕਿ ਕਸਟਮਰ ਖੁਸ਼ ਹੋ ਕੇ ਜਾਵੇ। ਠੀਕ ਹੈ, ਖੁਸ਼ ਹੋ ਕੇ ਜਾਵੇਗਾ ਤਾਂ ਡੈਫੀਨੇਟਲੀ ਉਹ ਉੱਥੋਂ ਖਰੀਦੇਗਾ। ਠੀਕ ਹੈ, ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜੋ ਵੀ ਹਨ ਇਹ ਇਸ ਦੇ ਕੰਪੋਨੈਂਟਸ ਦੇ ਵਿੱਚ ਆਉਂਦੀਆਂ ਹਨ। ਨੈਕਸਟ ਸਾਡੇ ਕੋਲ ਇੱਕ ਆਉਂਦਾ ਹੈ ਸਪਲਾਈ ਚੇਨ ਮੈਨੇਜਮੈਂਟ। ਸਪਲਾਈ ਚੇਨ ਮੈਨੇਜਮੈਂਟ ਨੂੰ ਅਸੀਂ ਸ਼ਾਰਟ ਦੇ ਵਿੱਚ CSM ਵੀ ਕਹਿੰਦੇ ਹਾਂ। CSM ਦੇ ਵਿੱਚ ਕੀ ਆਉਂਦਾ ਹੈ, ਸਮਟਾਈਮਸ ਰੈਫਰਸ ਟੂ ਐਜ਼ ਅ ਲੌਜਿਸਟਿਕ improves the flows of materials through an organization by managing, planning, scheduling, procurement and fulfillment to maximize customer satisfaction and probability। means supply chain ਕਿ ਅੱਗੇ ਫਰਦਰ ਇਹ ਕਿੱਦਾਂ ਸਪਲਾਈ ਕਰਦਾ ਹੈ। ਪਹਿਲਾਂ ਸਾਡੇ ਕੋਲੋਂ ਜਿਹੜਾ ਫਾਈਨਾਂਸ ਦੇ ਵਿੱਚ ਜਿਹੜੀ ਵੀ ਚੀਜ਼ ਅਸੀਂ ਇਨਵੈਂਟ ਕੀਤੀ ਹੈ ਉਹ ਅੱਗੇ ਜਾਏਗੀ। ਠੀਕ ਹੈ, ਇਨਵੈਂਟਰੀ 'ਚ ਜਾਏਗੀ, ਸੇਲਸ ਵਿੱਚ ਜਾਏਗੀ, ਫਿਰ ਸੇਲਸ ਵਿੱਚ ਜਾਏਗੀ, ਫਿਰ ਪ੍ਰੋਡਕਸ਼ਨ 'ਚ ਜਾਏਗੀ। ਠੀਕ ਹੈ, ਉਹ ਹਰ ਇੱਕ ਜਗ੍ਹਾ 'ਤੇ ਜਾ ਕੇ ਘੁੰਮ ਫਿਰ ਕੇ ਸਾਡੇ ਕੋਲੋਂ ਸੇਲਸ ਵਾਲਿਆਂ ਕੋਲ ਚਲ ਜਾਂਦੀ ਹੈ, ਅਤੇ ਅਸੀਂ ਉੱਥੇ ਜਾ ਕੇ ਉਹ ਸਾਡੇ ਕੋਲੋਂ ਕਸਟਮਰ ਜਿਹੜਾ ਹੈ ਉਹ ਫਿਰ ਖਰੀਦਣ ਆਉਂਦਾ ਹੈ। ਠੀਕ ਹੈ, ਹੁਣ ਇਹ ਸਾਰੀਆਂ ਚੀਜ਼ਾਂ ਜੋ ਵੀ ਅਸੀਂ ਕੰਮ ਕਰਦੇ ਹਾਂ ਉਹ ਹਰ ਇੱਕ ਡਾਟਾ ਕਿਤੇ ਨਾ ਕਿਤੇ ਤਾਂ ਪਿਆ ਹੋਏਗਾ ਨਾ। ਠੀਕ ਹੈ, ਇਹ ਸਾਰੇ ERP ਨੂੰ ਫੋਲੋ ਕਰਦੇ ਨੇ। ERP ਦੇ ਵਿੱਚ ਕੀ ਸਾਡੇ ਕੋਲੋਂ ਇੱਕ ਚੀਜ਼ ਕੰਸੈਪਟ ਆ ਜਾਂਦਾ ਹੈ ਕਿ ਬਈ ਸਾਡੇ ਕੋਲੋਂ ਇਹ ਚੀਜ਼ ਸਟਾਕ ਦੇ ਵਿੱਚ ਪਈ ਹੈ ਕਿ ਨਹੀਂ ਪਈ ਹੈ। ਜੇ ਨਹੀਂ ਪਈ ਹੈ ਤਾਂ ਉਹ ਫਾਈਨਾਂਸ ਵਾਲੇ ਨਾਲ ਪਹਿਲੇ ਹੀ ਸਿੱਧੀ ਗੱਲ ਕਰ ਲੈਂਦਾ ਹੈ। ਇਹਦੇ ਵਿੱਚ ਇੱਧਰ ਉੱਧਰ ਜਾਣ ਦੀ ਬਜਾਏ ਉਹ ਆਪਸ ਦੇ ਵਿੱਚ ਹੀ ਇੱਕ ਪੂਰੀ ਕਮਿਊਨੀਕੇਸ਼ਨ ਕਰ ਲੈਂਦੇ ਨੇ। ਉਹ ERP ਨਾਲ ਗੱਲ ਕਰਦਾ ਹੈ, ਸੇਲਸ ਡਿਪਾਰਟਮੈਂਟ ERP ਨਾਲ ਗੱਲ ਕਰਦਾ ਹੈ, ERP ਅੱਗਿਓਂ ਫਰਦਰ ERP ਸੋਫਟਵੇਅਰ ਜਿਹੜਾ ਹੈ ਉਹ ਇਨਵੈਂਟਰੀ ਦੇ ਨਾਲ ਵੀ ਗੱਲ ਕਰ ਲੈਂਦਾ ਹੈ, ਪ੍ਰੋਡਕਸ਼ਨ ਨਾਲ ਵੀ ਗੱਲ ਕਰ ਲੈਂਦਾ ਹੈ, ਫਾਈਨਾਂਸ ਨਾਲ ਵੀ ਗੱਲ ਕਰ ਲੈਂਦਾ ਹੈ। ਮੀਨਸ ਕਿ ਉਹ ਸਾਰਾ ਦਾ ਸਾਰਾ ਕੰਮ ਜੋ ਹੈ ਉਹ ਖੁਦ ਆਪ ਕਰਦਾ ਹੈ। ਠੀਕ ਹੈ, ERP ਸੋਫਟਵੇਅਰ ਦੇ ਵਿੱਚ ਸਾਡੇ ਕੋਲ ਇਹ ਹਰ ਇੱਕ ਚੀਜ਼ ਜੋ ਹੈ ਉਹ ਸੈਂਟਰਲਾਈਜ਼ਡ ਡਾਟਾ ਦੇ ਵਿੱਚ ਆ ਜਾਂਦੀ ਹੈ। ਸੋ ਇਹ ਸੀ ਸਾਡਾ ਟੌਪਿਕ, ਜਿਹਦੇ ਵਿੱਚ ਅਸੀਂ ਕੀ ਪੜ੍ਹਿਆ ਕਿ ERP ਹੁੰਦਾ ਕੀ ਹੈ। ਠੀਕ ਹੈ, ਇਹਦੇ ਵਿੱਚ ਸਾਡੇ ਕੋਲੋਂ ਇੱਕ ਹੋਰ ਚੀਜ਼ ਹੈ, ERP ਦੇ ਵਿੱਚ ਅਸੀਂ ਜੋ ਮੇਨ ਇੰਪੋਰਟੈਂਟ ਚੀਜ਼ ਦੇਖਣੀ ਹੈ ਉਹ ਇਹ ਹੈ ਕਿ ਇਹਦੇ ਵਿੱਚ ਮੇਨ ਸੇਲਸ ਡਿਪਾਰਟਮੈਂਟ ਹੋ ਗਿਆ। ਠੀਕ ਹੈ, ਇਨਵੈਂਟਰੀ ਡਿਪਾਰਟਮੈਂਟ ਹੋ ਗਿਆ, ਪ੍ਰੋਡਕਸ਼ਨ ਡਿਪਾਰਟਮੈਂਟ ਹੋ ਗਿਆ, ਫਾਈਨਾਂਸ ਡਿਪਾਰਟਮੈਂਟ ਹੋ ਗਿਆ। ਠੀਕ ਹੈ, ਇਹ ਸਾਰੇ ਡਿਪਾਰਟਮੈਂਟ ਆਪਸ ਦੇ ਵਿੱਚ ਇਹਦੇ ਨਾਲ
ਲੱਗੇ ਹੋਏ ਨੇ। ਠੀਕ ਹੈ, ਇਹ ਹਰ ਇੱਕ ਚੀਜ਼ ਨੂੰ ਕਰਦਾ ਹੈ, ਹਰ ਇੱਕ ਚੀਜ਼ ਨਾਲ ਇਹ ਆਪਣੇ ਆਪ ਨੂੰ ਗੱਲ ਕਰਦਾ ਹੈ। ਠੀਕ ਹੈ, ਜਿਹਦੇ ਵਿੱਚ ਸਾਡੇ ਕੋਲੋਂ ਬੈਨੀਫਿਟਸ ਕੀ ਹੋ ਰਹੇ ਨੇ, ਬੈਨੀਫਿਟਸ ਇਹਦੇ ਵਿੱਚ ਇਹ ਹੋ ਰਹੇ ਨੇ ਕਿ ਸਾਡੇ ਟਾਈਮ ਕੰਜ਼ਿਊਮਿੰਗ ਜੋ ਹੈ ਪ੍ਰੋਬਲਮ ਉਹ ਸੋਲਵ ਹੋ ਰਹੀ ਹੈ। ਠੀਕ ਹੈ, ਸਾਡੇ ਕੋਲੋਂ ਟਾਈਮ ਕੰਜ਼ਿਊਮਿੰਗ ਪ੍ਰੋਬਲਮ ਸੋਲਵ ਹੋ ਰਹੀ ਹੈ, ਮਨੀ ਵੇਸਟ ਨਹੀਂ ਹੋਏਗੀ ਤੁਹਾਡੀ। ਠੀਕ ਹੈ, ਜਿਹੜਾ ਸਾਡਾ ਪਹਿਲਾ ਪ੍ਰੋਬਲਮ ਆ ਰਹੀ ਸੀ ਰਿਸਕ ਆਫ ਡੁਪਲੀਕੇਸ਼ਨ ਆਫ ਡਾਟਾ, ਜਿਹਦੇ ਵਿੱਚ ਸਾਡੇ ਕੋਲੋਂ ਡੁਪਲੀਕੇਸ਼ਨ ਦਾ ਡਾਟਾ ਮਤਲਬ ਡੁਪਲੀਕੇਟ ਵੈਲਿਊਜ਼ ਆ ਜਾਂਦੀਆਂ ਸੀਗੀਆਂ। ਹੁਣ ਜਦੋਂ ਅਸੀਂ ਇੱਕ ਜਗ੍ਹਾ 'ਤੇ ਡਾਟਾ ਇਕੱਠਾ ਕਰਾਂਗੇ ਤਾਂ ਉਹ ਸਾਰਾ ਦਾ ਸਾਰਾ ਉੱਥੋਂ ਡੁਪਲੀਕੇਸੀ ਜਿਹੜੀ ਹੈ ਉੱਥੋਂ ਉਹ ਰਿਮੂਵ ਕਰ ਦੇਗਾ। ਠੀਕ ਹੈ, ਹਰ ਇੱਕ ਕੰਮ ਜਿਹੜਾ ਹੈਗਾ ਆ ਉਹ ਟਾਈਮਲੀ ਹੋ ਜਾਏਗਾ, ਜਿਹਦੇ ਵਿੱਚ ਟਾਈਮਲੀ ਦੇ ਵਿੱਚ ਕੀ ਹੋ ਜਾਏਗਾ, ਡਿਊ ਟੂ ਟਾਈਮਲੀ ਪ੍ਰੋਸੈਸ ਦਾ ਮਤਲਬ ਹੀ ਇਹ ਹੈ ਕਿ ਜੇ ਅਸੀਂ ਮਿੰਟੋ ਸਕਿੰਟਾਂ ਦੇ ਵਿੱਚ ਅਸੀਂ ਇੱਥੇ ਬੈਠੇ ਹੋਏ ਹਾਂ, ਅਸੀਂ ਕੰਪਿਊਟਰ 'ਤੇ ਇੱਕ ਚੀਜ਼ ਸਰਚ ਕਰਾਂਗੇ, ਉਹਦੇ ਰਿਗਾਰਡਿੰਗ ਸਾਨੂੰ 10 ਚੀਜ਼ਾਂ ਉਹਦੇ ਬਾਰੇ ਪਤਾ ਲੱਗ ਜਾਣਗੀਆਂ। ਐਂਟਰਪ੍ਰਾਈਜ਼ਸ ਰਿਸੋਰਸ ਪਲੈਨਿੰਗ ਦੇ ਮਤਲਬ ਹੀ ਇਹ ਹੈ, ਪਲਾਨ ਅਸੀਂ ਕਿੱਦਾਂ ਕਰਨਾ ਹੈ। ਠੀਕ ਹੈ, ਕਿ ਪਲੈਨਿੰਗ ਕਿੱਦਾਂ ਹੈ, ਪਲੈਨਿੰਗ ਦੇ ਵਿੱਚ ਸਾਡੇ ਕੋਲੋਂ ਹਰ ਇੱਕ ਚੀਜ਼ ਜੋ ਹੈ ਐਂਟਰਪ੍ਰਾਈਜ਼ਸ ਦੇ ਅੰਦਰ ਜਿੰਨਾ ਵੀ ਡਾਟਾ ਸ਼ੇਅਰਿੰਗ ਹੋ ਰਿਹਾ ਹੈ, ਠੀਕ ਹੈ, ਉਹਨੂੰ ਸਿੰਪਲੀ ਰਿਕਾਰਡ ਮਤਲਬ ਅਸੀਂ ਸਿੰਪਲ ਵਰਡਸ ਦੇ ਵਿੱਚ ਕਹੀਏ ਤਾਂ ਇੱਕ ਸਾਡੇ ਕੋਲ ਡਾਟਾਬੇਸ ਹੈ ਜੀ, ਉਸ ਡਾਟਾਬੇਸ ਦੇ ਅੰਦਰ ਉਹਦਾ ਰਿਕਾਰਡ ਪਿਆ ਹੋਇਆ ਹੈ। ਠੀਕ ਹੈ, ਉਹ ਜਿਹੜਾ ਰਿਕਾਰਡ ਹੈ ਉਹ ਸਾਡੇ ਕੋਲੋਂ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਡੇ ਕੋਲੋਂ ਕੀ ਕੀ ਚੀਜ਼ਾਂ ਆ ਰਹੀਆਂ ਨੇ। ਹੁਣ ਅਸੀਂ ਕੀ ਪੜ੍ਹਿਆ ਹੈ ਇਹਦੇ ਵਿੱਚ, ਸਾਡੇ ਕੋਲੋਂ ERP ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਅਸੀਂ ਕੀ ਪੜ੍ਹਿਆ ਹੈ ਕਿ ਸਾਡੇ ਕੋਲੋਂ ERP ਦਾ ਮਤਲਬ ਕੀ ਹੁੰਦਾ ਹੈ। ਠੀਕ ਹੈ, ERP ਦਾ ਮਤਲਬ ਕੀ ਹੁੰਦਾ ਹੈ, ਇਜ਼ ਦਾ ਪਲੈਨਿੰਗ ਆਫ ਹਾਊ ਬਿਜ਼ਨਸ ਰਿਸੋਰਸਿਸ ਆਰ ਐਕਵਾਇਰਡ ਐਂਡ ਮੂਵਡ ਫਰੋਮ ਵਨ ਸਟੇਟ ਟੂ ਅਨਦਰ। ਕਿਸ ਤਰ੍ਹਾਂ ਮਟੀਰੀਅਲ ਹੋ ਗਿਆ ਜਾਂ ਕਸਟਮਰ ਇੰਪਲੋਇਜ਼ ਦਾ ਜੋ ਵੀ ਕੰਮ ਹੈਗਾ ਆ ਉਹ ਕਿੱਦਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵ ਹੁੰਦਾ ਹੈ। ਠੀਕ ਹੈ, ਅਸੀਂ ਇਹ ERP ਦਾ ਮੇਨ ਡੈਫੀਨੇਸ਼ਨ ਹੈ। ਠੀਕ ਹੈ, ERP ਕੀ ਬੇਸਿਕਲੀ ਹੈ ਕਿ ਅਜੇ ਤੁਹਾਨੂੰ ਕੋਈ ਕੁਝ ਪੁੱਛ ਲਵੇ ਕਿ ERP ਹੁੰਦਾ ਕੀ ਹੈ ਜੀ ਬੱਚੇ, ERP ਕੀ ਹੈ, ERP ਸਿਸਟਮ ਇੱਕ ਕਾਮਨ ਡਾਟਾਬੇਸ ਦੇ ਉੱਤੇ ਬੇਸਡ ਹੁੰਦਾ ਹੈ, ਇੱਕ ਸੌਫਟਵੇਅਰ ਡਿਜ਼ਾਈਨ ਹੋਇਆ ਹੁੰਦਾ ਹੈ। ਠੀਕ ਹੈ, ਇੱਕ ਸੌਫਟਵੇਅਰ ਹੈ ERP ਜਿਹਦੇ ਵਿੱਚ ਸਾਡੇ ਕੋਲੋਂ ਬਹੁਤ ਸਾਰਾ ਡਾਟਾ ਅਸੀਂ ਇਕੱਠਾ ਕਰਕੇ ਰੱਖਦੇ ਹਾਂ ਫॉर द ਬਿਜ਼ਨਸ ਪਰਪਸ। ਠੀਕ ਹੈ, every department of a business to store and retrieve information in real time, ਮਤਲਬ ਸਾਰਾ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਇਹਦੇ ਵਿੱਚ ਪਈ ਹੁੰਦੀ ਹੈ। ਹਰ ਇੱਕ ਡਿਪਾਰਟਮੈਂਟ ਦੀ, ਸੇਲਸ ਡਿਪਾਰਟਮੈਂਟ ਹੋ ਗਿਆ ਉਸ ਦੀ ਇਨਫੋਰਮੇਸ਼ਨ ਵੀ ਇਹਦੇ ਕੋਲ ਹੋਏਗੀ। ਠੀਕ ਹੈ, ਇਨਵੈਂਟਰੀ ਡਿਪਾਰਟਮੈਂਟ ਹੋ ਗਿਆ ਉਸ ਦੀ ਇਨਫੋਰਮੇਸ਼ਨ ਵੀ ਇਹਦੇ ਕੋਲ ਹੋਏਗੀ। ਪ੍ਰੋਡਕਸ਼ਨ ਡਿਪਾਰਟਮੈਂਟ ਹੈ ਉਸ ਦੀ ਇਨਫੋਰਮੇਸ਼ਨ ਵੀ ERP ਕੋ ਹੋਏਗੀ। ਫਾਈਨਾਂਸ ਡਿਪਾਰਟਮੈਂਟ ਹੈ ਉਸ ਦੀ ਇਨਫੋਰਮੇਸ਼ਨ ਵੀ ERP ਕੋ ਹੋਏਗੀ। ਮਤਲਬ ERP ਹਰ ਇੱਕ ਦਾ ਗੁਰੂ ਹੈ, ਮਤਲਬ ਉਹਦੇ ਕੋਲੋਂ ਹਰ ਇੱਕ ਚੀਜ਼ ਦਾ ਡਾਟਾ ਪਿਆ ਹੋਇਆ ਹੈ, ਡਾਟਾਬੇਸ ਹੈ। ਠੀਕ ਹੈ, ਮੀਨਸ ਇੱਕ ਸੌਫਟਵੇਅਰ ਹੈ ਜਿਹਦੇ ਵਿੱਚ ਸਾਡੇ ਕੋਲੋਂ ਬਹੁਤ ਸਾਰੇ ਮਤਲਬ ਜਿਹਦੇ ਨਾਲ ਸਾਡਾ ਮੇਨ ਕੰਮ ਕੀ ਹੈ, ਸਾਡਾ ਅਸੀਂ ਬਹੁਤ ਹੀ ਈਜ਼ੀਲੀ ਕੰਮ ਕਰ ਰਹੇ ਹਾਂ। ਠੀਕ ਹੈ, ਉਹ ਹਰ ਇੱਕ ਚੀਜ਼ ਨੂੰ ਸੋਲਵ ਕਰ ਰਿਹਾ ਹੈ, ਟਾਈਮ ਕੰਜ਼ਿਊਮ ਕਰ ਰਿਹਾ ਹੈ। ਠੀਕ ਹੈ, ਉਹਦੇ ਨਾਲ ਹੀ ਸਾਡਾ ਆਪਣਾ ਟਾਈਮ ਵੀ ਬਚ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਮੇਨ ਗੱਲ ਤਾਂ ਇਹ ਹੁੰਦੀ ਹੈ ਨਾ ਕਿ ਕਸਟਮਰ ਦਾ ਟਾਈਮ ਬਚ ਜਾਏ। ਸੋ ਇਹਦੇ ਨਾਲ ਹੀ ਇਹ ਸਾਡੇ ਕੋਲੋਂ ਜੋ ਕੰਸੈਪਟ ਸੀਗਾ ERP ਦਾ, ਇਹਦੇ ਵਿੱਚ ਅਸੀਂ ਇਹ ਹੀ ਦੇਖਿਆ ਹੈ ਕਿ ਐਂਟਰਪ੍ਰਾਈਜ਼ਸ ਰਿਸੋਰਸ ਪਲੈਨਿੰਗ ਦੇ ਅੰਦਰ ਸਾਡੇ ਕੋਲੋਂ ਬਹੁਤ ਸਾਰੇ ਆਰਗੇਨਾਈਜੇਸ਼ਨਸ ਹੁੰਦੀਆਂ ਨੇ। ਆਰਗੇਨਾਈਜੇਸ਼ਨਸ ਦੇ ਅੰਦਰ ਫਰਦਰ ਸਾਡੇ ਕੋਲ ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਹਨ। ਉਹਨਾਂ ਡਿਪਾਰਟਮੈਂਟਸ ਦਾ ਜਿੱਦਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਸਾਡੇ ਕੋਲੋਂ ਕਿਹੜੇ ਕਿਹੜੇ ਡਿਪਾਰਟਮੈਂਟ ਹੁੰਦੇ ਆ, ਸੇਲਸ ਹੋ ਗਿਆ, ਪ੍ਰੋਡਕਸ਼ਨ ਹੋ ਗਿਆ, ਮਾਰਕੀਟਿੰਗ ਹੋ ਗਿਆ, ਜਿੱਥੇ ਚੀਜ਼ਾਂ ਬਣਦੀਆਂ ਆ। ਠੀਕ ਹੈ, ਇਹ ਸਾਰੇ ਇਹਨਾਂ ਸਾਰਿਆਂ ਦਾ ਬਹੁਤ ਸਾਰਾ ਡਾਟਾ ਹੁੰਦਾ ਆ ਜਿਸ ਨੂੰ ਅਸੀਂ ਅੱਗੇ ਸ਼ੇਅਰ ਕਰਦੇ ਹਾਂ। ਅਤੇ ਉਹ ਜਿਹੜਾ ਡਾਟਾ ਸ਼ੇਅਰਿੰਗ ਹੈ, ਠੀਕ ਹੈ, ਜਿਹਨੂੰ ਅਸੀਂ ਸਿੰਪਲ ਵਰਡ ਦੇ ਵਿੱਚ ਅਸੀਂ ਉਹਨੂੰ ਇੱਕ ਨਿਊ ਸੌਫਟਵੇਅਰ ਦੇ ਵਿੱਚ ਬਣਾਇਆ ਗਿਆ ਹੈ, ਉਸ ਨੂੰ ਅਸੀਂ ERP ਕਹਿੰਦੇ ਹਾਂ। ਆਈ ਹੋਪ ਤੁਹਾਨੂੰ ਮੇਰਾ ਟੌਪਿਕ ਈਜ਼ੀਲੀ ਸਮਝ ਲੱਗ ਗਿਆ ਹੋਵੇਗਾ। ਠੀਕ ਹੈ, ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਨੂੰ ਬੇਸ਼ੱਕ ਪੁੱਛ ਸਕਦੇ ਹੋ, ਜਦੋਂ ਮਰਜ਼ੀ ਮੈਂ ਅਵੇਲੇਬਲ ਹੋਵਾਂਗੀ। ਠੀਕ ਹੈ, ERP ਦੇ ਰਿਗਾਰਡਿੰਗ ਬਹੁਤ ਹੀ ਈਜ਼ੀ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ERP ਦੀ ਇੱਕ ਸਿੰਪਲ ਜੀ ਡੈਫੀਨੇਸ਼ਨ ਜੇ ਦੱਸਾਂ ਤਾਂ ERP ਦਾ ਮਤਲਬ ਇਹ ਹੀ ਹੁੰਦਾ ਹੈ ਕਿ ਜੀ ਇਹ ਇੱਕ ਸੌਫਟਵੇਅਰ ਹੁੰਦਾ ਹੈ ਜਿਹਦੇ ਵਿੱਚ ਬਹੁਤ ਸਾਰਾ ਡਾਟਾਬੇਸ ਇਕੱਠਾ ਹੁੰਦਾ ਹੈ, ਬਹੁਤ ਸਾਰੇ ਡਿਪਾਰਟਮੈਂਟਸ ਦਾ ਇੱਕ ਕਾਮਨ ਜਗ੍ਹਾ ਦੇ ਉੱਤੇ ਡਾਟਾਬੇਸ ਇਕੱਠਾ ਹੁੰਦਾ ਹੈ।
ठीक है। सो थैंक यू सो मच। ਇਹ ਸੀ ਸਾਡਾ ਟੌਪਿਕ ਐਂਟਰਪ੍ਰਾਈਜ਼ਿਸ ਰਿਸੋਰਸ ਪਲੈਨਿੰਗ ਦਾ, ਜਿਹਦੇ ਬਾਰੇ ਮੈਂ ਤੁਹਾਨੂੰ ਹੁਣ ਦੱਸਿਆ ਹੈ। ਥੈਂਕ ਯੂ ਸੋ ਮਚ।